ਕੀ 75-25 ਹੈ ਭਗਵੰਤ ਮਾਨ ਦਾ ਰਾਜਾ ਵੜਿੰਗ ਨਾਲ? ਮੈਂ ਤਾਂ ਇਹ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ। ਇਹਨਾਂ ਦੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ, ਬੜਾ ਕਲੀਅਰ ਕੱਟ ਕੇਸ ਹੈ। 800 ਸਰਕਾਰੀ ਬੱਸ ਖਰੀਦੀ, ਬੱਸਾਂ ਦੀ ਖਰੀਦ 'ਚ ਘਪਲਾ, ਬੱਸਾਂ ਦੀ ਬੋਡੀ ਲਵਾਉਣ ਦੇ ਵਿੱਚ ਘਪਲਾ, ਪਰ ਉਹਨਾਂ 'ਤੇ ਕੋਈ ਕਾਰਵਾਈ ਨਹੀਂ। ਇਹ ਤਾਂ ਐਂ ਹੈ ਜਿਵੇਂ ਉਹ ਹੁੰਦਾ ਨਾ, ਕੋਈ ਬੰਦਾ ਰਲ ਜਾਂਦਾ ਵਿਰੋਧੀਆਂ ਨਾਲ ਕਿ ਯਾਰ ਮੈਨੂੰ ਕੁਛ ਨਾ ਆਖਿਓ, ਮੈਂ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਫੜਾਈ ਜਾਊਂਗਾ। ਆਸ਼ੂ ਨੂੰ ਕਿਹੜਾ ਆਵਾਜ਼ ਮਾਰੀ ਸੀ, ਲੈ ਕੇ ਚੱਕ ਕੇ ਨਾ ਉੱਥੇ ਹੈਅਰ ਸਟਾਈਲ ਕਰਾਈ ਜਾਂਦਾ ਸੀ ਆਪਦਾ ਬੈਠਾ, ਤੇ ਰਾਜਾ ਵੜਿੰਗ ਨੂੰ ਵੀ ਲੈ ਲੈਣ ਯਾਰ। ਚਰਨਜੀਤ ਸਿੰਘ ਚੰਨੀ ਦੀ ਜਿਹੜੀ ਵਜ਼ਾਰਤ 3 ਮਹੀਨੇ ਰਹੀ ਹੈ ਨਾ ਜੀ, ਉਹਨੇ 3 ਮਹੀਨਿਆਂ 'ਚ ਮੈਨੂੰ ਲੱਗਦਾ 30 ਸਾਲਾਂ ਦਾ ਰਿਕਾਰਡ ਤੋੜਤਾ ਹੋਣਾ ਕਰਪਸ਼ਨ ਦਾ। ਰਾਜਾ ਵੜਿੰਗ ਨੇ ਤਾਂ ਇਹ ਵੀ ਕਹਿਤਾ ਹੈ ਕਿ ਜਿਹੜੀ ਪ੍ਰਕਿਰਿਆ ਨਹੀਂ ਸਹੀ, ਕਿਉਂਕਿ ਪਹਿਲਾਂ ਆ ਕੇ ਚੱਕ ਲੈਂਦੇ ਆ, ਮਗਰੋਂ ਆ ਕੇ ਜੋ ਪਰਚੇ ਦਰਜ ਕਰਦੇ ਆ। ਉਹਨਾਂ ਨੇ ਤਾਂ ਮਨੀਸ਼ ਸਿਸੋਦੀਆ ਵਾਸਤੇ ਵੀ ਕਿਹਾ ਕਿ ਉਹ ਵੀ ਉਹਨਾਂ ਦੀ ਪ੍ਰਕਿਰਿਆ ਸਹੀ ਨਹੀਂ ਸੀ। ਇਹ ਤਾਂ ਮੰਨਦੇ ਆ ਨਾ ਕਿ ਘਪਲਾ ਹੈਗਾ, ਫਿਰ ਕੇਵਲ ਪ੍ਰਕਿਰਿਆ ਤੇ ਸਵਾਲ ਉਠਾਏ ਹੈ। ਇਹ ਤਾਂ ਨਹੀਂ ਕਿਹਾ ਕਿ ਅਸੀਂ ਕਰਪਸ਼ਨ ਨਹੀਂ ਕੀਤੀ। ਤੇ ਠੀਕ ਹੈ ਵੀ ਜੇ ਕਰਪਸ਼ਨ ਕੀਤੀ ਹੈ ਤਾਂ ਪ੍ਰਕਿਰਿਆ ਮਾੜੀ ਮੋਟੀ ਉੱਤੇ ਥੱਲੇ ਹੋ ਜਾਂਦੀ ਹੈ, ਉਹਦੇ ਨਾਲ ਕੀ ਫਰਕ ਪੈਂਦਾ? ਜੇ ਲੁੱਟ ਕੀਤੀ ਹੈ, ਖਾ ਲਓ ਕੁੱਟ 4 ਦਿਨ, ਫਿਰ ਖਾਣੀ ਪੈਣੀ ਹੈ, ਉਹਦੇ 'ਚ ਕੀ ਚਾਰਾ? ਪ੍ਰਕਿਰਿਆ 'ਚ ਨਾ ਬਾਲਾ ਪਾਓ। ਜਿਹੜਾ ਪੰਜਾਬ ਦੇ ਵਸੀਲੇ ਲੁੱਟਿਆ, ਜਿਹੜਾ ਸਰਕਾਰੀ ਖਜ਼ਾਨਾ ਲੁੱਟਿਆ, ਫਿਰ ਅਖੀਰ ਉਹਦਾ ਤਾਂ ਦੇਣਾ ਆਉਣਾ ਹੈ ਨਾ ਕਿਤੇ ਨਾ ਕਿਤੇ। ਤੇ 5 ਮਹੀਨੇ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਗਿਆ ਹੈ ਆਮ ਆਦਮੀ ਪਾਰਟੀ ਸਰਕਾਰ ਦਾ। ਤਾਂ ਸਾਡੇ ਨਾਲ ਪਰਮਬੰਸ ਸਿੰਘ ਬੰਟੀ ਰਮਾਣਾ, ਇਹਨਾਂ ਤੋਂ ਜਾਣਦੇ ਹਾਂ। ਰਮਾਣਾ ਸਾਹਿਬ, ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਰਵਾਇਤੀ ਪਾਰਟੀਆਂ ਮੰਨਿਆ ਜਾਂਦਾ ਸੀਗਾ। ਰਵਾਇਤੀ ਪਾਰਟੀਆਂ ਤੋਂ ਹਟ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਜੀ ਸਰਕਾਰ ਆਈ ਹੈ, ਕਿਵੇਂ ਦੇਖਦੇ ਹੋ? 5 ਮਹੀਨੇ ਤੋਂ ਉੱਪਰ ਦਾ ਸਮਾਂ, ਕਿੰਨਾ ਕੁ ਬਦਲਾਅ, ਜਿਹੜਾ ਬਦਲਾਅ ਦੇ ਤੌਰ ਤੇ ਜਿਹੜੀ ਲਿਆਂਦੀ ਗਈ ਸੀ? ਡੈਮੋਕ੍ਰੇਸੀ ਦੇ ਵਿੱਚ ਜਿਹੜਾ ਲੋਕਾਂ ਦਾ ਫਤਵਾ ਹੈ, ਉਹ ਹਮੇਸ਼ਾ ਖਿੜੇ ਮੱਥੇ ਤੇ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ। ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ, 92 ਸੀਟਾਂ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਇਹ ਤਾਂ ਇਤਿਹਾਸਿਕ ਜਿੱਤ ਹੋਈ। ਬਦਲਾਵ ਦਾ ਨਾਰਾ ਸੀ ਲੋਕਾਂ ਦਾ। ਜ਼ਰੂਰ ਕਿਤੇ ਨਾ ਕਿਤੇ ਰਵਾਇਤੀ ਪਾਰਟੀਆਂ ਤੇ ਗੁੱਸਾ ਸੀ, ਕੰਮ ਕਰਦਿਆਂ ਕੋਈ ਕਮੀਆਂ ਵੀ ਰਹਿ ਜਾਂਦੀਆਂ, ਰਹੀਆਂ ਹੋਣਗੀਆਂ, ਜ਼ਰੂਰ ਰਹੀਆਂ ਹੋਣਗੀਆਂ। ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ। ਪਰ ਜਿਹੜਾ ਮੋਹ ਭੰਗ, ਜੇ ਮੈਂ ਕਹਾਂ ਰਵਾਇਤੀ ਪਾਰਟੀਆਂ ਨਾਲ 50-60 ਸਾਲ ਦੇ ਦੌਰਾਨ ਹੋਇਆ ਨਾ, ਇਹਨਾਂ ਦਾ 5 ਮਹੀਨਿਆਂ 'ਚ ਹੋ ਗਿਆ। 3 ਮਹੀਨਿਆਂ 'ਚ ਪਹਿਲਾ ਟੈਸਟ ਆਇਆ ਸੰਗਰੂਰ ਦੀ ਬਾਈ ਇਲੈਕਸ਼ਨ ਦਾ, ਉਹ ਹਾਰੇ। ਉਸ ਤੋਂ ਬਾਅਦ ਅੱਜ ਹਾਲਾਤ ਇਹ ਹੈ, ਆਮ ਆਦਮੀ ਪਾਰਟੀ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਹੈ, ਚਾਹੇ ਮੰਤਰੀ ਹੈ ਚਾਹੇ ਵਜ਼ੀਰ ਹੈ, ਜਿੱਥੇ ਮਰਜ਼ੀ ਚਲੇ ਜਾਣ, ਜਿਸ ਸ਼ਹਿਰ, ਜਿਸ ਮੁਹੱਲੇ 'ਚ, ਜਿਸ ਪਿੰਡ 'ਚ, ਜਿਸ ਗਲੀ 'ਚ, ਹਰ ਥਾਂ ਉਹਨਾਂ ਦਾ ਵਿਰੋਧ ਹੋ ਰਿਹਾ। ਕਿਉਂਕਿ ਲੋਕਾਂ ਨੂੰ ਝੂਠ ਬੋਲ ਕੇ ਇਹਨਾਂ ਨੇ ਇੱਕ ਸਬਜ਼ਬਾਜ਼ ਮੈਂ ਕਹੂੰਗਾ ਦਿਖਾ ਕੇ, ਲੋਕਾਂ ਨੂੰ ਗੁੰਮਰਾਹ ਕਰਕੇ, ਕੂੜ ਪ੍ਰਚਾਰ ਕਰਕੇ ਇਹਨਾਂ ਨੇ ਸਰਕਾਰ ਬਣਾਈ ਸੀ। ਤੇ ਅੱਜ ਲੋਕਾਂ ਨੇ 5 ਮਹੀਨਿਆਂ 'ਚ ਇਹਨਾਂ ਦਾ ਚਿਹਰਾ ਪਛਾਣ ਲਿਆ। ਇੱਕ ਤਾਂ ਕੈਪਟਨ ਦੀ ਸਰਕਾਰ ਦਾ ਪਿਛਲਾ ਸਮਾਂ ਰਹਿ ਕੇ ਗਿਆ। ਇੱਕ ਪਹਿਲਾਂ ਕੈਪਟਨ ਦੀ ਸਰਕਾਰ ਆਈ ਸੀਗੀ ਸ਼ਾਇਦ 2002 ਦੇ ਵਿੱਚ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹੀ ਚਾਲ ਚੱਲੀ ਸੀਗੀ। ਤੁਹਾਨੂੰ ਯਾਦ ਹੋਣਾ ਕਿ ਸੁਖਬੀਰ ਬਾਦਲ ਵੀ ਅੰਦਰ ਗਏ ਸੀ, ਪ੍ਰਕਾਸ਼ ਸਿੰਘ ਬਾਦਲ ਵੀ ਅੰਦਰ ਗਏ ਸੀ, ਤੋਤਾ ਸਿੰਘ, ਗੁਰਦੇਵ ਸਿੰਘ ਬਾਦਲ ਵਰਗੇ ਜਿਹੜੇ ਮੰਤਰੀ ਵੀ ਅੰਦਰ ਕੀਤੇ ਸੀਗੇ। ਕੀ ਮੰਨਦੇ ਹੋ ਉਹ ਸਮਾਂ ਤੇ ਹੁਣ ਸਮੇਂ ਦਾ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ? ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੇ ਲਗਾਤਾਰ ਮੰਤਰੀ ਅੰਦਰ ਜਾ ਰਹੇ। ਦੇਖੋ, ਉਸ ਵੇਲੇ ਬੜਾ ਕਲੀਅਰ ਹੋਇਆ ਬਾਅਦ 'ਚ ਕਿ ਪੋਲੀਟੀਕਲ ਵੈਂਡੇਟਾ ਹੋਇਆ। ਕਿਉਂਕਿ ਬਿਨਾਂ ਕਿਸੇ ਸਬੂਤਾਂ ਤੋਂ, ਬਿਨਾਂ ਕਿਸੇ ਕੰਪਲੇਂਟ ਤੋਂ, ਬਿਨਾਂ ਕਾਗਜ਼ ਪੱਤਰਾਂ ਤੋਂ ਇੱਕ ਸੱਤਾ ਦੇ ਨਸ਼ੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਆਪਦੀ ਸਿਆਸੀ ਕਿੜ ਕੱਢਣ ਵਾਸਤੇ, ਕਿਉਂਕਿ ਅਕਾਲੀ ਦਲ ਨਾਲ ਉਹਨਾਂ ਦੀ ਬੜੀ ਸਿਆਸੀ, ਆਪਦੀ ਪਰਸਨਲ ਇੱਕ ਸਿਆਸੀ ਕਿੜ ਸੀ ਉਹਨਾਂ ਦੀ। ਅਕਾਲੀ ਦਲ ਨੇ ਉਹਨਾਂ ਨੂੰ ਵਿਧਾਨ ਸਭਾ ਦੀ ਟਿਕਟ ਡਿਨਾਈ ਕੀਤੀ ਸੀ ਤੇ ਉਹਨਾਂ ਤੋਂ ਅਖੀਰ ਤੱਕ ਉਹ ਹਜਮ ਨਹੀਂ ਹੋਈ। ਜਦੋਂ ਕੋਰਟਾਂ ਦੇ ਵਿੱਚ ਚਲਾਨ ਪੇਸ਼ ਕੀਤੇ ਗਏ, ਸਾਰੇ ਫਲੋਪ ਹੋ ਗਏ, ਸਭ ਬਰੀ ਹੋਏ। ਜਿਹੜਾ ਅੱਜ ਜੋ ਹਾਲਾਤ ਬਣ ਰਿਹਾ, ਦੇਖੋ ਬੱਚਾ ਪੰਜਾਬ ਦਾ ਜਾਣਦਾ ਹੈ ਕਿ ਪਿਛਲੇ 5 ਸਾਲਾਂ 'ਚ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਹੈ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਵੇ, ਚਾਹੇ ਉਹ ਜਿਹੜਾ ਚੰਨਾ ਮੁੜ ਕੇ ਨਹੀਂ ਆਉਂਦਾ ਉਹਦੀ ਅਗਵਾਈ 'ਚ ਰਹੀ ਹੋਵੇ, ਪੰਜਾਬ ਦੇ ਇਤਿਹਾਸ 'ਚ ਸਭ ਤੋਂ ਕਰਪਟ, ਸਭ ਤੋਂ ਭ੍ਰਿਸ਼ਟ ਸਰਕਾਰ ਪਿਛਲੇ 5 ਸਾਲਾਂ ਦੀ ਮੰਨੀ ਜਾਂਦੀ ਹੈ। ਸਾਰੇ ਹੀ ਰਿਕਾਰਡ ਇਹਨਾਂ ਨੇ ਤੋੜੇ, ਹਿੰਦੁਸਤਾਨ ਦੇ ਹੀ ਤੋੜਤੇ ਹੋਣੇ ਮੈਨੂੰ ਤਾਂ ਲੱਗਦਾ। ਕੋਈ ਮੰਤਰੀ ਨੂੰ ਤੁਸੀਂ ਲੈ ਲਓ ਇਹਨਾਂ ਦੇ ਨੂੰ, ਹਰੇਕ ਤੇ ਐਲੀਗੇਸ਼ਨ ਹੈ ਤੇ ਡਾਕੂਮੈਂਟਰੀ ਐਵੀਡੈਂਸ ਹੈ। ਹੁਣ ਵੀ ਜਿਹੜੀ ਜੇ ਲੁੱਟ ਕੀਤੀ ਹੈ ਤਾਂ ਕੁੱਟ ਖਾਣੀ ਪੈਣੀ ਹੈ। ਹੁਣ ਜਦੋਂ ਪੁਲਿਸ ਫੜਦੀ ਹੈ ਤੇ ਫਿਰ ਚੀਕਾਂ ਵੱਜਦੀਆਂ। ਪਰ ਵੇਖੋ, ਇਹਨਾਂ 'ਚ ਕਈ ਬੰਦੇ ਬੜੇ ਸ਼ਾਤਰ ਹੈ, ਉਹ ਸੌਦੇ ਕਰ ਗਏ ਸਰਕਾਰ ਦੇ ਨਾਲ। ਇਹਨਾਂ ਦੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ, ਬੜਾ ਕਲੀਅਰ ਕੱਟ ਕੇਸ ਹੈ। 800 ਸਰਕਾਰੀ ਬੱਸ ਖਰੀਦੀ, ਬੱਸਾਂ ਦੀ ਖਰੀਦ 'ਚ ਘਪਲਾ, ਬੱਸਾਂ ਦੀ ਬੋਡੀ ਲਵਾਉਣ ਦੇ ਵਿੱਚ ਘਪਲਾ,
ਪੰਜਾਬ 'ਚ ਜਿਹੜੀ ਬੋਡੀ ਮੈਨੂੰ ਲੱਗਦਾ 8 ਲੱਖ ਦੀ ਲੱਗਦੀ ਸੀ, ਉਹ 12 ਲੱਖ ਦੀ ਜਾ ਕੇ ਲਵਾਈ ਹੈ ਜੈਪੁਰ। ਹਰ ਬੋਡੀ 'ਚ 4 ਲੱਖ ਦਾ ਘਪਲਾ, ਡਾਕੂਮੈਂਟਰੀ ਐਵੀਡੈਂਸ ਹੈ, ਪਰ ਉਹਨਾਂ 'ਤੇ ਕੋਈ ਕਾਰਵਾਈ ਨਹੀਂ। ਇਹ ਤਾਂ ਐਂ ਹੈ ਜਿਵੇਂ ਉਹ ਹੁੰਦਾ ਨਾ, ਕੋਈ ਬੰਦਾ ਰਲ ਜਾਂਦਾ ਵਿਰੋਧੀਆਂ ਨਾਲ ਕਿ ਯਾਰ ਮੈਨੂੰ ਕੁਛ ਨਾ ਆਖਿਓ, ਮੈਂ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਫੜਾਈ ਜਾਊਂਗਾ, ਅਤੇ ਇੱਕ ਇੱਕ ਕਰਕੇ ਹੌਲੀ ਹੌਲੀ ਸਾਰੇ ਹੀ ਫੜਾਈ ਜਾਂਦਾ ਹੈ। ਕੀ 75-25 ਹੈ ਭਗਵੰਤ ਮਾਨ ਦਾ ਰਾਜਾ ਵੜਿੰਗ ਨਾਲ? ਮੈਂ ਤਾਂ ਇਹ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਕੀ ਗੱਲ ਉਹਨੂੰ ਕਿਉਂ ਸਪੇਅਰ ਕੀਤਾ ਜਾ ਰਿਹਾ? ਇਹ ਤਾਂ ਜਿਵੇਂ ਕਲਾਸਾਂ ਦੇ ਵਿੱਚ ਰੋਲ ਕਾਲ ਹੁੰਦੀ ਸੀ ਨਾ, ਜਿਹੜਾ ਜਵਾਕ ਇੱਕ ਰਾਜਾ ਵੜਿੰਗ ਤਾਂ ਅਸੀਂ ਖੜੇ ਹਾਂ, ਆਸ਼ੂ ਨੂੰ ਕਿਹੜਾ ਆਵਾਜ਼ ਮਾਰੀ ਸੀ, ਲੈ ਕੇ ਚੱਕ ਕੇ ਨਾ ਉੱਥੇ ਹੈਅਰ ਸਟਾਈਲ ਕਰਾਈ ਜਾਂਦਾ ਸੀ ਆਪਦਾ ਬੈਠਾ, ਅਤੇ ਰਾਜਾ ਵੜਿੰਗ ਨੂੰ ਵੀ ਲੈ ਲੈਣ ਯਾਰ, ਜਦੋਂ ਕੰਪਲੇਂਟ ਗਈ ਹੋਈ ਹੈ। ਜਾਂ ਫਿਰ ਪ੍ਰੂਫ ਨਾਲ ਇਹ ਦੱਸ ਦੇਣ ਕਿ ਇਹ ਕੰਪਲੇਂਟ ਝੂਠੀ ਹੈ, ਇੱਕ ਪਾਸੇ ਤਾਂ ਗੱਲ ਨੂੰ ਲਾਉਣ ਨਾ। ਸੋ ਹਾਲਾਤ ਜਿਹੜੇ ਬਣੇ ਆ, ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਕਾਂਗਰਸ ਪਾਰਟੀ ਦੇ ਇਕੱਲੇ ਮੰਤਰੀ ਨਹੀਂ, ਹਰ MLA ਨੇ ਉਹਨਾਂ ਦੇ ਨੇ ਰਿਕਾਰਡ ਤੋੜੇ ਕਰਪਸ਼ਨ ਦੇ। ਆ ਸਾਡੇ ਵਾਲੇ ਦੇ ਵੀ ਹੈ, ਡਾਕੂਮੈਂਟਰੀ ਪ੍ਰੂਫ ਅਸੀਂ ਇਕੱਠਾ ਕਰ ਰਹੇ ਹਾਂ, ਬਹੁਤ ਕੁਛ ਹੈ, ਕਾਗਜ਼ ਲਾ ਕੇ ਨਾਲ ਦੇਵਾਂਗੇ ਕੰਪਲੇਂਟ। ਸੋ ਜਿਵੇਂ ਉਹ ਕਲਾਸਾਂ 'ਚ ਮੈਂ ਗੱਲ ਕਰ ਰਿਹਾ ਸੀ, ਰੋਲ ਕਾਲ ਲੱਗਦੀ ਹੁੰਦੀ ਸੀ ਨਾ, ਇੱਕ ਰੋਲ ਨੰਬਰ ਤੋਂ ਲੈ ਕੇ 40 ਰੋਲ ਨੰਬਰ ਤੱਕ ਜਵਾਕਾਂ ਦੀ। ਵਿਜੀਲੈਂਸ ਬਿਊਰੋ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਰੋਲ ਕਾਲ ਖੋਲ੍ਹ ਲੈਣ ਉੱਥੇ, ਪਹਿਲੇ MLA ਤੋਂ ਲੈ ਕੇ ਅਖੀਰਲੇ ਨੂੰ ਵਾਰੀ-ਵਾਰੀ ਸੱਦੀ ਜਾਣ ਅਤੇ ਝੜੀ ਤੁਰੇ ਜਾਣਗੇ। ਇਹਨਾਂ ਨੇ ਲੁੱਟ ਪੰਜਾਬ ਦੇ ਵਸੀਲਿਆਂ ਦੀ ਪਿਛਲੇ 5 ਸਾਲਾਂ 'ਚ ਕੀਤੀ ਹੈ, ਚਾਹੇ ਲੇਬਰ ਦੇ ਟੈਂਡਰਾਂ 'ਚ ਆਸ਼ੂ ਹੋਵੇ, ਚਾਹੇ ਮਾਈਨਿੰਗ ਦੇ ਵਿੱਚ ਹੋਣ, ਹਰ MLA ਨੇ ਇਹਨਾਂ ਦੇ ਨੇ ਮਾਈਨਿੰਗ 'ਚ ਪੈਸਾ ਬਣਾਇਆ, ਚਾਹੇ ਜ਼ਮੀਨਾਂ ਦੇ ਸਕੈਂਡਲ ਹੋਣ, ਚਾਹੇ ਦਵਾਈਆਂ ਦੇ ਸਕੈਂਡਲ ਹੋਣ। ਰੈਵਨਿਊ ਮਿਨਿਸਟਰ ਇਹਨਾਂ ਦੇ ਕਾਂਗੜ ਸਾਹਿਬ ਰਹੇ, ਉਹਨਾਂ ਨੇ ਵੱਟ ਕੱਢ ਤੇ ਕਰਪਸ਼ਨ ਵਾਲੇ। ਸੁੱਖੀ ਰੰਧਾਵਾ ਜੀ ਜਿਹੜੇ ਹੈ ਜੇਲ੍ਹਾਂ ਦੇ ਅਤੇ ਕੋਆਪਰੇਸ਼ਨ ਦੇ ਰਿਕਾਰਡ ਉਹਨਾਂ ਨੇ ਤੋੜਤਾ। ਮੈਨੂੰ ਤਾਂ ਇੱਕ ਤੋਂ ਇੱਕ ਹੈ ਯਾਰ, ਤੁਸੀਂ ਇਹ ਨਹੀਂ ਕਹਿ ਸਕਦੇ ਕਿਹਨੇ ਵੱਧ ਕੀਤੀ ਕਿਹਨੇ ਘੱਟ ਕੀਤੀ। ਉਹ ਗਿਲਜੀਆਂ ਸਾਹਿਬ 3 ਮਹੀਨੇ ਰਹੇ, ਉਹਨਾਂ ਨੇ 3 ਮਹੀਨਿਆਂ 'ਚ ਹੀ ਰਿਕਾਰਡ ਤੋੜਤੇ। ਚਰਨਜੀਤ ਸਿੰਘ ਚੰਨੀ ਦੀ ਜਿਹੜੀ ਵਜ਼ਾਰਤ 3 ਮਹੀਨੇ ਰਹੀ ਹੈ ਨਾ ਜੀ, ਉਹਨੇ 3 ਮਹੀਨਿਆਂ 'ਚ ਮੈਨੂੰ ਲੱਗਦਾ 30 ਸਾਲਾਂ ਦਾ ਰਿਕਾਰਡ ਤੋੜਤਾ ਹੋਣਾ ਕਰਪਸ਼ਨ ਦਾ। ਇਹ ਹਾਲਾਤ ਹੈ ਕਾਂਗਰਸ ਦੇ। ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਵੀ ਜੋ ਤੁਹਾਡੇ ਲੀਡਰ ਅੰਦਰ ਗਏ, ਤੁਸੀਂ ਸਿਆਸੀ ਰੰਜਿਸ਼ ਦਾ ਨਾਮ ਦਿੱਤਾ ਹੈ, ਅਤੇ ਕਾਂਗਰਸ ਵਾਲੇ ਵੀ ਇਹੀ ਕਹਿ ਰਹੇ ਆ ਕਿ ਇਹ ਵੀ ਸਿਆਸੀ ਰੰਜਿਸ਼ ਹੀ ਹੈ। ਕਹਿ ਲੈਣ, ਹੋਰ ਉਹ ਕਹਿਣਗੇ ਕੀ? ਸਾਡਾ ਤਾਂ ਪ੍ਰੂਵ ਹੋ ਗਿਆ ਨਾ, ਕੋਰਟਾਂ ਦੇ ਵਿੱਚ ਚਲਾਨ ਪੇਸ਼ ਹੋਏ, ਚਲਾਨ ਅੱਬਲ ਤਾਂ ਪੇਸ਼ ਨਹੀਂ ਹੋਏ, ਜਿਹੜੇ ਪੇਸ਼ ਹੋਏ ਉਹ ਰਿਜੈਕਟ ਹੋ ਗਏ। ਹਰ ਸਾਡਾ ਜਿਹੜੇ ਬੰਦੇ 'ਤੇ ਆਪਣਾ ਕੇਸ ਦਰਜ ਹੋਏ ਸੀ, ਸਾਰੇ ਬਾਇਜ਼ਤ ਬਰੀ ਹੋਏ ਆ ਕੋਰਟਾਂ। ਅਤੇ ਇਹ ਤਾਂ ਹਜੇ ਸ਼ੁਰੂਆਤ ਹੈ, ਇਹ ਤਾਂ ਲੋਕ ਡਾਕੂਮੈਂਟ ਚੱਕੀ ਫਿਰਦੇ ਯਾਰ, ਸਰਕਾਰ ਤੇ ਵਿਜੀਲੈਂਸ ਤਾਂ ਛੱਡੋ ਦੂਰ ਦੀ ਗੱਲ ਹੈ। ਰਾਜਾ ਵੜਿੰਗ ਨੇ ਤਾਂ ਇਹ ਵੀ ਕਹਿਤਾ ਹੈ ਕਿ ਜਿਹੜੀ ਪ੍ਰਕਿਰਿਆ ਨਹੀਂ ਸਹੀ, ਕਿਉਂਕਿ ਪਹਿਲਾਂ ਆ ਕੇ ਚੱਕ ਲੈਂਦੇ ਆ, ਮਗਰੋਂ ਆ ਕੇ ਜੋ ਪਰਚੇ ਦਰਜ ਕਰਦੇ ਆ। ਉਹਨਾਂ ਨੇ ਤਾਂ ਮਨੀਸ਼ ਸਿਸੋਦੀਆ ਵਾਸਤੇ ਵੀ ਕਿਹਾ ਕਿ ਉਹ ਵੀ ਉਹਨਾਂ ਦੀ ਪ੍ਰਕਿਰਿਆ ਸਹੀ ਨਹੀਂ ਸੀਗੀ। ਇਹ ਪ੍ਰਕਿਰਿਆ ਸਹੀ ਨਹੀਂ ਉਹਨਾਂ ਦਾ ਮੰਨਣਾ। ਇਹ ਤਾਂ ਮੰਨਦੇ ਆ ਨਾ ਕਿ ਘਪਲਾ ਹੈਗਾ, ਫਿਰ ਕੇਵਲ ਪ੍ਰਕਿਰਿਆ 'ਤੇ ਸਵਾਲ ਉਠਾਏ ਹੈ। ਇਹ ਤਾਂ ਨਹੀਂ ਕਿਹਾ ਕਿ ਅਸੀਂ ਕਰਪਸ਼ਨ ਨਹੀਂ ਕੀਤੀ। ਅਤੇ ਠੀਕ ਹੈ ਵੀ ਜੇ ਕਰਪਸ਼ਨ ਕੀਤੀ ਹੈ ਤਾਂ ਪ੍ਰਕਿਰਿਆ ਮਾੜੀ ਮੋਟੀ ਉੱਤੇ ਥੱਲੇ ਹੋ ਜਾਂਦੀ ਹੈ, ਉਹਦੇ ਨਾਲ ਕੀ ਫਰਕ ਪੈਂਦਾ? ਜੇ ਲੁੱਟ ਕੀਤੀ ਹੈ, ਖਾ ਲਓ ਕੁੱਟ 4 ਦਿਨ, ਫਿਰ ਖਾਣੀ ਪੈਣੀ ਹੈ, ਉਹਦੇ 'ਚ ਕੀ ਚਾਰਾ? ਪ੍ਰਕਿਰਿਆ 'ਚ ਨਾ ਬਾਹਲਾ ਪਾਓ। ਜਿਹੜਾ ਪੰਜਾਬ ਦੇ ਵਸੀਲੇ ਲੁੱਟਿਆ, ਜਿਹੜਾ ਸਰਕਾਰੀ ਖਜ਼ਾਨਾ ਲੁੱਟਿਆ, ਫਿਰ ਅਖੀਰ ਉਹਦਾ ਤਾਂ ਦੇਣਾ ਆਉਣਾ ਹੈ ਨਾ ਕਿਤੇ ਨਾ ਕਿਤੇ, ਅਤੇ ਅੱਜ ਵੇਲਾ ਆ ਗਿਆ, ਦਿਓ ਉਹਦਾ। ਤੁਹਾਡੀ ਪਾਰਟੀ ਕਿੱਥੇ ਖੜੀ ਹੈ ਅੱਜ? ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿੱਥੇ ਮਿਆਰ ਸੀ ਅਤੇ ਅੱਜ ਕਿੱਥੇ ਹੈ। ਜਿਹੜੀ ਪੋਲੀਟਿਕਸ ਹੈ ਨਾ ਬ੍ਰਦਰ, ਸਦਾ ਪਾਤਸ਼ਾਹੀ ਸਿਰਫ ਪ੍ਰਮਾਤਮਾ ਦੇ ਘਰ ਹੈ। ਇਹਦੇ 'ਚ ਬੜੇ ਉਤਰਾਅ ਚੜ੍ਹਾਅ ਆਉਂਦੇ। ਸ਼੍ਰੋਮਣੀ ਅਕਾਲੀ ਦਲ ਕੀ ਸਾਰੀਆਂ ਦੇਸ਼ ਦੀਆਂ ਪਾਰਟੀਆਂ ਬੜੀਆਂ ਚੜ੍ਹਾਈਆਂ ਵੀ ਦੇਖੀਆਂ ਅਤੇ ਔਖੇ ਸਮੇਂ ਵੀ ਵੇਖੇ, ਅਤੇ ਜੇ ਉਹ ਸਮਾਂ ਨਹੀਂ ਰਿਹਾ, ਸਮਾਂ ਇਹ ਵੀ ਨਹੀਂ ਰਹਿਣਾ। ਅਕਾਲੀ ਦਲ ਦੇ ਵਰਕਰ ਲੜਾਈ ਲੜਨ ਵਾਲੇ ਯੋਧੇ ਹੈ, ਲੜਾਈਆਂ ਲੜਦੇ ਰਹੇ ਹੈ, ਮਾੜੇ ਚੰਗੇ ਸਮੇਂ ਆਉਂਦੇ ਰਹੇ ਹੈ, ਇਹ ਵੀ ਲੰਘ ਜਾਣਾ। ਸੋ ਬੜੇ ਤਕੜੇ ਹੋ ਕੇ ਲੜਾਈ ਲੜਾਂਗੇ। ਮੈਂ ਜਿਵੇਂ ਪਹਿਲਾਂ ਕਿਹਾ, ਕੰਮ ਕਰਦਿਆਂ ਕੋਈ ਕਮੀਆਂ ਰਹਿ ਜਾਂਦੀਆਂ, ਸਾਡੇ ਤੋਂ ਵੀ ਰਹੀਆਂ ਹੋਣਗੀਆਂ, ਲੋਕਾਂ ਦਾ ਸਾਡੇ ਪ੍ਰਤੀ ਇਸੇ ਕਰਕੇ ਗੁੱਸਾ ਸੀ। ਉਹ ਕਮੀਆਂ ਨੂੰ ਦੂਰ ਕਰਾਂਗੇ, ਆਪਦੀ ਕਮੀ ਪਛਾਣ ਕੇ ਉਸ ਕਮੀ ਨੂੰ ਦੂਰ ਕਰਕੇ ਅੱਗੇ ਵਧਾਂਗੇ। ਜਿਵੇਂ ਹੁਣ ਤੁਸੀਂ ਕਿਹਾ ਵੀ ਬੜੇ ਚੰਗੇ ਦਿਨ ਸੀਗੇ, ਵਾਕਈ ਪੰਜਾਬ ਦੇ ਵਿੱਚ ਤਾਂ ਚੰਗੇ ਦਿਨ ਸੀਗੇ ਤੁਹਾਡੇ। ਜਿਵੇਂ ਦਿੱਲੀ ਦੇ ਵਿੱਚ, ਹਰਿਆਣੇ ਦੇ ਵਿੱਚ ਵੀ ਬਹੁਤ ਵਧੀਆ ਵਕਾਰ ਤੁਹਾਡੀ ਪਾਰਟੀ ਦਾ ਬਣ ਗਿਆ ਸੀ, ਅਤੇ ਹੁਣ ਉੱਥੇ ਦੋਵੇਂ ਥਾਂ 'ਤੇ ਵੱਡੇ ਝਟਕੇ ਲੱਗ ਗਏ। ਉਹਦਾ ਵੱਡਾ ਕਾਰਨ ਇਹ ਹੈ, ਤੁਹਾਨੂੰ ਇੱਕ ਸਮਝਣ ਦੀ ਲੋੜ ਹੈ ਇਸ ਗੱਲ ਦੀ। ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਦੀ ਇੱਕ ਸਟੇਟਮੈਂਟ ਆਉਂਦੀ ਹੈ ਕਿ ਅਸੀਂ ਕੋਈ ਵੀ ਦੇਸ਼ ਦੇ ਵਿੱਚ ਕੋਈ ਵੀ ਖੇਤਰੀ ਪਾਰਟੀ ਨਹੀਂ ਰਹਿਣ ਦੇਣੀ, ਨੈਸ਼ਨਲ ਪਾਰਟੀਆਂ ਹੋਣਗੀਆਂ ਬਸ। ਪੰਜਾਬ ਦੇ ਵਿੱਚ BJP ਦਾ ਇਹ ਮਨਸੂਬਾ ਜੇ ਕਾਮਯਾਬ ਅੱਜ ਤੱਕ ਨਹੀਂ ਹੋ ਸਕਿਆ, ਤਾਂ ਉਹਦਾ ਕਾਰਨ, ਵੱਡਾ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੈ, ਜਿਹੜੇ ਅੜ ਕੇ ਪੰਜਾਬ ਦੇ ਹਿੱਤਾਂ ਦੀ ਖਾਤਰ, ਦੇਸ਼ ਕੌਮ ਦੇ ਹਿੱਤਾਂ ਦੀ ਖਾਤਰ, ਚਾਹੇ ਸਾਡਾ ਉਹਨਾਂ ਨਾਲ ਅਲਾਇੰਸ ਰਿਹਾ,
ਪਰ ਅਸੀਂ ਆਪਦੀ ਗੱਲ ਹਮੇਸ਼ਾ ਉੱਥੇ ਰੱਖਦੇ ਰਹੇ। ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਜਪਾ ਵੱਲੋਂ ਕਿ ਜੇ ਪੰਜਾਬ ਦੇ ਵਿੱਚ ਆਪਦੇ ਪੈਰ ਜਮਾਉਣੇ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਬੜਾ ਜ਼ਰੂਰੀ ਹੈ। ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਇਹ ਸਾਡੇ ਨਾਲ 100 ਤੁਹਾਡੇ ਸਿਆਸੀ ਵਖਰੇਵੇਂ ਹੋ ਸਕਦੇ, ਪਰ ਇਸ ਬੜੇ ਡੂੰਘੇ ਇਸ ਸਾਜ਼ਿਸ਼ ਨੂੰ ਪਛਾਣਨ ਦੀ ਲੋੜ ਹੈ ਕਿ ਭਾਰਤੀ ਜਨਤਾ ਪਾਰਟੀ ਅੱਜ ਟਾਰਗੇਟ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਉਹਨੂੰ ਕਮਜ਼ੋਰ ਕਰੋ, ਪੰਜਾਬ ਦੀ ਖੇਤਰੀ ਪਾਰਟੀ ਹੈ ਉਹਨੂੰ ਕਮਜ਼ੋਰ ਕਰੋ। ਜਿਹੜਾ ਖਲਾਅ ਪੈਦਾ ਹੋਊਗਾ ਜਦੋਂ ਕਮਜ਼ੋਰ ਕਰਕੇ ਤੇ ਇੱਕ ਵੱਡੀ ਪਾਰਟੀ ਬਣ ਕੇ ਪੰਜਾਬ 'ਚ ਆਓ, ਜਿਵੇਂ ਹਰਿਆਣੇ 'ਚ ਉਹਨਾਂ ਨੇ ਕੀਤਾ, ਲੋਕ ਦਲ ਨੂੰ ਖਤਮ ਕਰਤਾ ਤੇ ਫਿਰ ਇੱਕ JJP ਦੁਸ਼ਯੰਤ ਚੌਟਾਲੇ ਦੀ ਜਿਹਨੂੰ 10 ਸੀਟਾਂ ਦੇ ਕੇ ਜੂਨੀਅਰ ਪਾਰਟਨਰ ਬਣਾ ਕੇ ਉਹਨਾਂ ਨੇ ਸਰਕਾਰ 'ਚ ਉਹਨੂੰ ਛੋਟਾ ਹਿੱਸੇਦਾਰ ਬਣਾਇਆ। ਉਸ ਤਰ੍ਹਾਂ ਦਾ ਹਾਲਾਤ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਚਾਹੁੰਦੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਕਤਈ ਬਰਦਾਸ਼ਤ ਨਹੀਂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਬੜੀ ਦ੍ਰਿੜਤਾ ਨਾਲ ਖੜਾ ਹੈ ਤੇ ਲੜਾਈ ਲੜ ਕੇ ਦੁਬਾਰਾ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਉਸ ਬੁਲੰਦੀਆਂ ਤੇ ਲੈ ਕੇ ਜਾਵਾਂਗੇ। ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਇਕੱਲੇ ਦਾ ਨਾਮ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ, ਤਾਂ ਨਾਲ ਤਾਂ ਇਹ ਵੀ ਕਿਹਾ ਜਾ ਰਿਹਾ ਜਿਵੇਂ ਹੁਣ ਕਾਂਗਰਸ ਦੇ ਮੰਤਰੀ ਗਏ ਆ ਉਹ ਵੀ ਈਡੀ ਦੇ ਜ਼ੋਰ ਤੇ ਉੱਥੇ ਲੈ ਕੇ ਗਏ ਆ, ਈਡੀ ਦਾ ਡਰ ਵਿਖਾ ਕੇ। ਸਿਸੋਦੀਆ ਨੇ ਵੀ ਕੱਲ੍ਹ ਜਿਹੜਾ ਟਵੀਟ ਕਰਤਾ ਉਹਨੇ ਕਹਿੰਦਾ ਵੀ ਮੈਨੂੰ ਵੀ ਉਹ ਕਹਿ ਰਿਹਾ ਵੀ ਇੱਧਰ ਆ ਜਾ ਤੂੰ। ਦੇਖੋ ਉੱਥੋਂ ਉਹ ਚਿਹਰੇ ਲਿਜਾ ਰਹੇ ਆ, ਚਿਹਰੇ ਜਿੰਨੇ ਮਰਜ਼ੀ ਲੈ ਜਾਣ, ਲੋਕ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣ ਨੂੰ ਤਿਆਰ, ਕਿਉਂਕਿ ਹਜੇ ਵੈਕਿਊਮ ਨਹੀਂ ਹੈ। ਵੈਕਿਊਮ ਕ੍ਰੀਏਟ ਕਰਨਾ ਚਾਹੁੰਦੇ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਕੇ। ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਪਦਾ ਆਧਾਰ ਹੈ। ਅੱਜ ਵੀ ਸਭ ਤੋਂ ਮਾੜਾ ਸਮਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਆਇਆ, ਤਕਰੀਬਨ 31-32 ਲੱਖ ਵੋਟ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਲਈ ਹੈ। ਕਾਂਗਰਸ 34 ਲੱਖ ਤੇ ਰਹੀ, 32 ਲੱਖ ਤੇ ਅਕਾਲੀ ਦਲ ਰਹੀ। ਸੋ ਅੱਜ ਵੀ ਸਭ ਤੋਂ ਮਾੜੇ ਸਮੇਂ 'ਚ 21-22% ਵੋਟ ਸ਼੍ਰੋਮਣੀ ਅਕਾਲੀ ਦਲ ਲੈ ਕੇ ਗਿਆ। ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਕਮਜ਼ੋਰ ਨਹੀਂ ਕਰਦੇ, ਉਹਨਾਂ ਚਿਰ ਭਾਜਪਾ ਸਮਝਦੀ ਹੈ ਉਹਨਾਂ ਦੇ ਪੈਰ ਨਹੀਂ ਲੱਗਣੇ। ਇੱਥੇ ਸਾਰਾ ਜ਼ੋਰ ਲੱਗਿਆ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ, ਤੇ ਹਜੇ ਤੱਕ ਤਾਂ ਪੰਜਾਬ 'ਚੋਂ ਕੋਈ ਸ਼੍ਰੋਮਣੀ ਅਕਾਲੀ ਦਲ 'ਚੋਂ ਕੋਈ ਉਹਨਾਂ ਦੇ ਨਾਲ ਨਹੀਂ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਬੜੇ ਤਕੜੇ ਹੈ। ਤੇ ਮੈਂ ਦੁਬਾਰਾ ਕਹਾਂ, ਜੇ ਭਾਰਤੀ ਜਨਤਾ ਪਾਰਟੀ ਦਾ ਮਨਸੂਬਾ ਇਹ ਕਾਮਯਾਬ ਪੰਜਾਬ 'ਚ ਨਹੀਂ ਹੋ ਰਿਹਾ, ਉਹਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਤੇ ਸਾਡੀ ਅਗਵਾਈ ਕਰ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੈ, ਜਿਨ੍ਹਾਂ ਨੇ ਕਦੇ ਭਾਰਤੀ ਜਨਤਾ ਪਾਰਟੀ ਦੇ ਜ਼ੋਰ ਸਾਹਮਣੇ, ਉਹਨਾਂ ਦੀ ਤਾਕਤ ਸਾਹਮਣੇ ਕਦੇ ਝੁਕੇ ਨਹੀਂ। ਮਜੀਠੀਆ ਸਾਹਿਬ ਇੱਕ ਬੜੇ ਕਦਾਵਰ ਨੇਤਾ ਹੈ। ਬੜਾ ਲੰਮਾ ਸਮਾਂ ਉਹਨਾਂ ਨੇ ਯੂਥ ਅਕਾਲੀ ਦਲ ਦੀ ਵੀ ਪ੍ਰਧਾਨਗੀ ਕੀਤੀ ਹੈ। ਅਸੀਂ ਸਾਰਿਆਂ ਨੇ ਉਹਨਾਂ ਦੀ ਪ੍ਰਧਾਨਗੀ 'ਚ ਯੂਥ ਅਕਾਲੀ ਦਲ 'ਚ ਕੰਮ ਕੀਤਾ, ਬੜਾ ਲੰਮਾ ਸਮਾਂ ਕੀਤਾ ਤੇ ਕੰਮ ਕਰਦਿਆਂ ਸਿੱਖਿਆ ਵੀ ਬੜਾ ਕੁਛ ਹੈ। ਤੇ ਕਿਹੋ ਜਿਹੇ ਵੀ ਹਾਲਾਤ ਪੰਜਾਬ 'ਚ ਆਏ, ਉਹਨਾਂ ਨੇ ਆਪਦੇ ਹਲਕੇ 'ਚੋਂ ਹਮੇਸ਼ਾ ਜਿੱਤ ਪ੍ਰਾਪਤ ਕੀਤੀ ਹੈ। ਤੇ ਇਹਦਾ ਮਤਲਬ ਤਾਂ ਬੜਾ ਕਲੀਅਰ ਹੈ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਆਪਦੀ ਇੱਕ ਸਥਾਨ ਹੈ। ਸੋ ਜੇ ਅੰਦਰ ਗਏ ਸੁਭਾਵਕ ਹੈ ਮਤਲਬ ਇੱਕ ਬੜਾ, ਅੱਜ ਤਾਂ ਕੋਰਟ ਨੇ ਵੀ ਕਲੀਅਰ ਕਰਤਾ ਨਾ ਕਿ ਅੰਦਰ ਜਾਣ ਪਿੱਛੇ ਕਾਰਨ ਕੀ ਸੀ, ਕਿ ਉਹਦੇ ਵਿੱਚ ਕੋਈ ਸੱਚਾਈ ਨਹੀਂ ਸੀ। ਇਹ ਕੇਵਲ ਇੱਕ ਸਿਆਸੀ ਕਿੜ ਕੱਢਣ ਵਾਸਤੇ, ਸਿਆਸੀ ਬਦਲਾਖੋਰੀ ਵਾਸਤੇ ਪਰਚਾ ਦਿੱਤਾ ਗਿਆ ਸੀ। ਅੰਦਰ ਗਏ, ਸੁਭਾਵਕ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬੜੀ ਵੱਡੀ ਕਮੀ ਮਹਿਸੂਸ ਹੋਈ। ਕਮਜ਼ੋਰੀ ਆਉਂਦੀ ਹੈ ਜਦੋਂ ਕੋਈ ਆਪਦਾ ਤਕੜਾ ਬੰਦਾ ਗੈਰ ਹਾਜ਼ਰ ਹੋਵੇ। ਬਾਹਰ ਆਏ, ਸੁਭਾਵਕ ਹੈ ਇਹਦੇ 'ਚ ਕਿ ਲੋਕਾਂ ਦੇ ਵਿੱਚ ਉਤਸ਼ਾਹ ਵੀ ਆਇਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਲ ਮਿਲਿਆ। ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਕਹਿੰਦੇ ਜਿਹੜਾ ਹੁਣ ਮਜੀਠੀਏ ਦਾ ਇਕੱਠ ਹੋ ਰਿਹਾ, ਕਿਤੇ ਨਾ ਕਿਤੇ ਹੱਥ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉੱਤੇ। ਨਹੀਂ, ਇਹ ਤਾਂ ਐਵੇਂ ਫਾਲਤੂ ਦੀਆਂ ਗੱਲਾਂ ਲੋਕਾਂ ਦੇ ਕਰਨ ਦੀਆਂ। ਸ਼੍ਰੋਮਣੀ ਅਕਾਲੀ ਦਲ ਦਾ ਮਜੀਠੀਆ ਸਾਹਿਬ ਜਿਹੜੇ ਹੈ ਨਾ, ਆਪਦੀ ਉਹ ਬੰਦਾ, ਤੁਸੀਂ ਸ਼ਾਇਦ ਉਹਨਾਂ ਨੂੰ ਪਰਸਨਲੀ ਨਹੀਂ ਜਾਣਦੇ, ਬੜੀ ਪੰਥਕ ਸੋਚ ਵਾਲਾ ਪਰਿਵਾਰ ਹੈ। ਇਹੋ ਜਿਹੀਆਂ ਗੱਲਾਂ, ਬੇਬੁਨਿਆਦ ਗੱਲਾਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ, ਉਹ ਸਾਰੀਆਂ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ। ਜੇ ਇਕੱਠ ਹੋ ਰਿਹਾ, ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਯੂਥ ਅਕਾਲੀ ਦਲ ਦੇ ਯੋਧੇ ਕਰ ਰਹੇ ਹੈ। ਇਹ ਭਾਰਤੀ ਜਨਤਾ ਪਾਰਟੀ ਵਾਲੇ ਜੇ ਇੰਨੇ ਇਕੱਠ ਕਰਨ ਜੋਗੇ ਹੋਣ ਤਾਂ ਇੱਕ ਰੈਲੀ ਇੱਥੋਂ ਦੀ ਨੱਡੇ ਦੀ ਕਢਾ ਦੇਣ, ਲੱਗ ਜੂ ਪਤਾ ਵੀ ਭਾਰਤੀ ਜਨਤਾ ਪਾਰਟੀ ਵਾਲੇ ਕਿੰਨੇ ਇਕੱਠ ਕਰ ਸਕਦੇ। ਹਾਈ ਕੋਰਟ ਨੇ ਇੱਕ ਹਦਾਇਤ ਜਾਰੀ ਕਰਦੀ ਹੈ ਕਿ ਜਿਨ੍ਹਾਂ ਦੀ ਤੁਸੀਂ ਸਿਕਿਉਰਿਟੀ ਕਢਾਈ ਸੀ ਉਹਦੀ ਸਮੀਖਿਆ ਕਰੋ ਦੁਬਾਰਾ, ਫਿਰ ਜੇ ਸਿਕਿਉਰਿਟੀ ਦੀ ਲੋੜ ਬਣਦਾ ਤਾਂ ਉਹਨੂੰ ਸਿਕਿਉਰਿਟੀ ਦਿਓ। ਇਹਨੂੰ ਫਿਰ ਤੁਸੀਂ ਦੇਖੋ, ਸਿਕਿਉਰਿਟੀ ਤਾਂ ਹਮੇਸ਼ਾ ਇੰਟੈਲੀਜੈਂਸ ਏਜੰਸੀਜ਼ ਵੱਲੋਂ ਸਮੀਖਿਆ ਕਰਨ 'ਤੇ ਹੀ ਮਿਲਦੀ ਸੀ ਤੇ ਸਮੀਖਿਆ ਕਰਨ 'ਤੇ ਹੀ ਘਟਾਈ ਜਾਂਦੀ ਸੀ। ਇਹ ਸਰਕਾਰ 'ਚ ਪਹਿਲੀ ਵਾਰੀ ਹੋਇਆ ਕਿ ਬਿਨਾਂ ਕਿਸੇ ਸਮੀਖਿਆ ਤੋਂ ਸਿਕਿਉਰਿਟੀਆਂ
ਲਿੱਤੀਆਂ ਗਈਆਂ ਵਾਪਸ। ਤੇ ਪਹਿਲੀ ਵਾਰੀ ਦੇਸ਼ ਦੇ ਇਤਿਹਾਸ 'ਚ ਹੋਇਆ ਹੋਊਗਾ ਕਿ ਸਿਕਿਉਰਿਟੀਆਂ ਵਾਪਸ ਲੈ ਕੇ ਅਖਬਾਰਾਂ 'ਚ ਤੇ ਚੈਨਲਾਂ 'ਚ ਪਬਲਿਸ਼ ਕਰ ਦਿੱਤਾ ਗਿਆ ਕਿ ਆਹ ਬੰਦਿਆਂ ਤੋਂ ਅਸੀਂ ਸਿਕਿਉਰਿਟੀ ਵਾਪਸ ਲੈ ਲਈ। ਤੇ ਉਹਦਾ ਨਤੀਜਾ ਫਿਰ ਜੋ ਭੁਗਤਣਾ ਪਿਆ, ਅੱਜ ਸਾਰਾ ਪੰਜਾਬ ਉਸ ਗੱਲ 'ਚ ਅੱਜ ਵੀ ਗਮਗੀਨ ਹੈ। ਸਿੱਧੂ ਮੂਸੇਵਾਲਾ ਸਾਡਾ ਭਰਾ ਗਿਆ ਸਾਡੇ 'ਚੋਂ, ਤੇ ਅੱਜ ਤੱਕ ਉਹਦੀ ਰਿਸਪੌਂਸਿਬਿਲਟੀ ਕੋਈ ਫਿਕਸ ਨਹੀਂ ਹੋਈ ਕਿ ਕਿਹਨੇ ਸਿਕਿਉਰਿਟੀ ਵਿਡਰਾਅ ਕੀਤੀ ਤੇ ਕਿਹਨੇ ਉਹ ਸਾਰੀ ਇਨਫੋਰਮੇਸ਼ਨ ਨਿਊਜ਼ ਚੈਨਲਸ ਨੂੰ ਭੇਜੀ। ਅੱਜ ਤੱਕ ਕੋਈ ਰਿਸਪੌਂਸਿਬਿਲਟੀ ਫਿਕਸ ਨਹੀਂ ਹੋਈ ਇਸ ਸਰਕਾਰ ਵੱਲੋਂ। ਲਾਸਟ ਸਵਾਲ ਆ ਜੀ, ਆਪਣੇ ਫਰੀਦਕੋਟ ਦੇ ਨਾਲ ਜੁੜਿਆ ਤੁਸੀਂ। ਪਿਛਲੇ ਦਿਨੀ ਜਦੋਂ ਵੀਸੀ ਨੇ ਅਸਤੀਫਾ ਦਿੱਤਾ, ਤੁਸੀਂ ਉਹਦੇ ਕੋਲੇ ਪਹੁੰਚੇ ਹਾਲ ਚਾਲ ਜਾਣਨ ਲਈ। ਕਾਫੀ ਲੋਕਾਂ ਨੇ ਸਵਾਲ ਖੜੇ ਕੀਤੇ ਆ, ਖਾਸ ਕਰਕੇ ਜਿਹੜੇ ਮੈਡੀਕਲ ਦਾ ਜਿਹੜੇ ਹੜਤਾਲ ਤੇ ਬੈਠੇ ਲੋਕ, ਉਹਨਾਂ ਨੇ ਕਿਹਾ ਕਿ ਬੰਟੀ ਰਮਾਣਾ ਉੱਥੇ ਜਾਣ ਤੋਂ ਪਹਿਲਾਂ ਉਹਨੂੰ ਸੋਚਣਾ ਚਾਹੀਦਾ ਸੀ, ਜਾਂ ਉਹਦਾ ਘੱਟੋ ਘੱਟ ਆ ਕੇ ਹਸਪਤਾਲ ਦਾ ਦੌਰਾ ਹੀ ਕਰ ਜਾਂਦਾ ਆ ਕੇ ਉੱਥੇ ਜਾਣ ਤੋਂ ਪਹਿਲਾਂ। ਬੰਟੀ ਰਮਾਣਾ ਨੇ ਪਿਛਲੇ 10 ਸਾਲ ਹਸਪਤਾਲਾਂ ਦੇ ਦੌਰੇ ਹੀ ਕੀਤੇ। ਦੇਖੋ, ਮੈਂ ਬੜਾ ਕਲੀਅਰ ਹਾਂ, ਮੈਂ ਹਰ ਧਰਨੇ 'ਚ, ਹਰ ਮੁਜ਼ਾਹਰੇ 'ਚ, ਹਰ ਮੋਰਚੇ 'ਚ ਹਸਪਤਾਲ ਦੇ ਮੁਲਾਜ਼ਮਾਂ ਦੇ ਨਾਲ ਬਹਿੰਦਾ ਰਿਹਾ ਤੇ ਲੜਦਾ ਰਿਹਾ। ਅੱਜ ਵੀ ਉਹਨਾਂ ਦੇ ਨਾਲ ਖੜਾ, ਅੱਜ ਵੀ ਬੈਠੇ ਆ ਉਹ, ਹੁਣ ਤਾਂ ਪੱਕਾ ਧਰਨਾ ਲਾਤਾ, ਅੱਜ ਵੀ ਉਹਨਾਂ ਦੇ ਨਾਲ ਖੜਾ। ਅੱਧੀ ਰਾਤ ਆਵਾਜ਼ ਮਾਰਨਗੇ, ਅੱਧੀ ਰਾਤ ਹਾਜ਼ਰ ਹੋਊਂਗਾ। ਜਿਹੜੀਆਂ ਉਹਨਾਂ ਦੀਆਂ ਮੰਗਾਂ ਹੈ, ਬਿਲਕੁਲ ਜਾਇਜ਼ ਮੰਗਾਂ, ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ। ਉਹਨਾਂ ਦੀਆਂ ਮੰਗਾਂ ਦੇ ਪਿੱਛੇ ਉਹਨਾਂ ਤੋਂ ਮੂਹਰੇ ਹੋ ਕੇ ਲੜੂੰਗਾ। ਮੈਂ ਡਾਕਟਰ ਰਾਜ ਬਹਾਦਰ ਕੋਲੇ ਇਸ ਕਰਕੇ ਗਿਆ ਕਿ ਜਿਸ ਤਰ੍ਹਾਂ ਦਾ ਵਤੀਰਾ ਇੱਕ ਮੰਤਰੀ ਨੇ ਸਸਤੀ ਸ਼ੋਹਰਤ ਹਾਸਿਲ ਕਰਨ ਵਾਸਤੇ ਉੱਥੇ ਕੀਤਾ, ਉਹ ਗਲਤ ਸੀ। ਸਾਰੀ ਦੁਨੀਆ ਨੇ ਉਸ ਗੱਲ ਨੂੰ ਕੰਡੈਮ ਕੀਤਾ। ਅਸੂਲ ਜਿਹੜਾ ਹੈ, ਬੰਦੇ ਨੂੰ ਅਸੂਲ 'ਤੇ ਖੜਨਾ ਚਾਹੀਦਾ। ਜੇ ਐਡੀ ਗੱਲ ਸੀ, ਫਿਰ ਭਗਵੰਤ ਮਾਨ ਨੇ ਮਾਫੀ ਕਿਉਂ ਮੰਗੀ ਬਈ ਡਾਕਟਰ ਸਾਹਿਬ ਤੋਂ? ਟੈਲੀਫੋਨ ਕਰਕੇ ਮੰਗੀ। ਸਾਰਿਆਂ ਨੇ ਡਾਕਟਰ ਸਾਹਿਬ ਕੋਲੇ ਸ਼ਰਮਸਾਰ ਹੋਏ। ਠੀਕ ਹੈ, ਡਿਫਰੈਂਸਿਸ ਹੋ ਸਕਦੇ ਆ, ਪਰ ਡਾਕਟਰ ਸਾਹਿਬ ਨੇ ਬੜੇ ਲੋਕਾਂ ਦਾ ਇਲਾਜ ਵੀ ਕੀਤਾ। ਸੋ ਉਹ ਰਿਸਪੈਕਟ ਡਾਕਟਰ ਸਾਹਿਬ ਦੀ ਹਮੇਸ਼ਾ ਰਹੂਗੀ। ਜਿੱਥੋਂ ਤੱਕ ਇਹਨਾਂ ਦੀਆਂ ਮੰਗਾਂ ਦਾ ਇਸ਼ੂ ਹੈ, ਸਾਡੇ ਲੋਕਲ ਹੈ, ਮੇਰੇ ਤਾਂ ਭੈਣ ਭਰਾ ਹੈ, ਮੈਂ ਤਾਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ। ਜੇ ਅੱਜ ਵੀ ਇਸ ਇੰਨੀ ਜਿਹੜੀ ਭੈੜੀ ਹਵਾ ਵਗੀ ਸੀ, ਮੈਨੂੰ ਅੱਜ ਵੀ ਜੇ 40,000 ਦੇ ਨੇੜੇ ਵੋਟ ਪਈ ਹੈ ਤਾਂ ਇਹਨਾਂ ਦੀ ਬਦੌਲਤ ਹੀ ਪਈ ਹੈ ਨਾ। ਪਿਛਲੀ ਵਾਰੀ ਨਾਲੋਂ ਮੈਂ 5,000 ਵੋਟ ਵੱਧ ਲੈ ਕੇ ਗਿਆ। ਕਿੰਨੇ ਕੁ ਕੈਂਡੀਡੇਟ ਹੈ ਪੰਜਾਬ 'ਚ ਜਿਨ੍ਹਾਂ ਨੂੰ ਪਿਛਲੀ ਵਾਰੀ ਨਾਲੋਂ ਵੋਟ ਜਿਨ੍ਹਾਂ ਦੀ ਵਧੀ ਹੈ, ਉਹ ਇਹਨਾਂ ਦੇ ਬਲਬੂਤੇ 'ਤੇ ਹੀ ਲੈ ਕੇ ਗਿਆ। ਸੋ ਜੇ ਕਿਸੇ ਨੂੰ ਕੋਈ ਮੇਰੇ ਜਾਣ ਦਾ ਕੋਈ ਕਾਰਨ ਗਲਤ ਲੱਗਿਆ, ਮੇਰੇ ਨਾਲ ਬਹਿ ਕੇ ਗੱਲ ਕਰ ਲੂੰਗਾ। ਜਿਵੇਂ ਤੁਸੀਂ ਕਿਹਾ ਕਿ ਅਸੀਂ ਰਿਸਪੈਕਟ ਕਰਾਂਗੇ, ਡਾਕਟਰ ਬਹੁਤ ਵਧੀਆ ਸੀਗੇ, ਪਰ ਇਹ ਨਾਲ ਕਿਹਾ ਯਾਰ ਡਾਕਟਰ ਵਧੀਆ ਸੀ ਪਰ ਪ੍ਰਬੰਧਕ ਨਹੀਂ ਵਧੀਆ ਸੀ, ਉਹਨਾਂ ਸਹਿਮਤ ਹੋ? ਨਹੀਂ, ਮੈਂ ਦੇਖੋ, ਕਮੀਆਂ ਹਸਪਤਾਲ 'ਚ ਹੋ ਸਕਦੀਆਂ। ਕਿਹੜੇ ਹਸਪਤਾਲ 'ਚ ਹੈ ਨਹੀਂ ਯਾਰ? ਤੁਸੀਂ ਮੈਨੂੰ ਦੱਸ ਦਿਓ, ਅੱਜ ਪੰਜਾਬ ਦਾ ਇੱਕ ਹਸਪਤਾਲ ਗਿਣਾ ਦਿਓ ਜਿੱਥੇ ਕਮੀਆਂ ਨਹੀਂ ਹੈ। ਮੈਂ ਉਸ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ। ਮੈਂ ਸਿਰਫ ਇੱਕ ਗੱਲ 'ਤੇ ਖੜਾ ਕਿ ਜਿਸ ਤਰ੍ਹਾਂ ਦਾ ਵਤੀਰਾ ਉਸ ਮੰਤਰੀ ਨੇ ਇੱਕ ਐਡੇ ਰਿਸਪੈਕਟੇਬਲ ਡਾਕਟਰ ਨਾਲ ਕੀਤਾ, ਉਹ ਗਲਤ ਸੀ। ਜੇ ਉਹ ਜਿਹੜੀਆਂ ਕਮੀਆਂ, ਜੇ ਕੀ ਕਮੀਆਂ ਤਾਂ ਹੈਗੀਆਂ, ਕਮੀਆਂ ਸੀ, ਕਮੀਆਂ ਦੂਰ ਕਰਨ ਦਾ ਇੱਕ ਤਰੀਕਾ ਹੁੰਦਾ। ਬਹਿ ਕੇ ਗੱਲ ਕਰਦੇ, ਕੋਈ ਨੋਟਿਸ ਕੱਢਦੇ, ਲਿਖਤੀ ਪੱਤਰੀ ਕਰਦੇ, ਜੋ ਮਰਜ਼ੀ ਕਰ ਲੈਂਦੇ। ਪਰ ਜਿਹੜਾ ਜਿਸ ਤਰ੍ਹਾਂ ਦਾ ਵਤੀਰਾ ਕੇਵਲ TRP ਹਾਸਿਲ ਕਰਨ ਵਾਸਤੇ ਕੀਤਾ ਸੀ, ਉਹ ਗਲਤ ਸੀ। ਮੈਂ ਉਸ ਕਰਕੇ ਗਿਆ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਬੰਟੀ ਰਮਾਣਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਰਹੇ ਨੇ। ਤਾਂ ਤਮਾਮ ਜਿਹੜੇ ਮੌਜੂਦਾ ਮੁੱਦਿਆਂ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਉਹਨਾਂ ਨੇ ਤਮਾਮ ਗੱਲਾਂ ਦਾ ਬੜਾ ਬਰੀਕੀ ਦੇ ਨਾਲ ਜਿਹੜਾ ਜਵਾਬ ਦਿੱਤੇ ਹੈ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।